ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈ ਰਵਨੀਤ ਤੇ ਅੱਜ ਆਪਾਂ ਗੱਲਬਾਤ ਕਰਨ ਵਾਲੇ ਹਾਂ ਕਿ ਕਿਵੇਂ ਅੱਜ ਹਰ ਇੱਕ ਇਨਸਾਨ ਆਪਣਾ ਕੈਰੀਅਰ ਬਣਾਉਣ ਲਈ ਬਾਹਰ ਦੇ ਦੇਸ਼ਾਂ ਵਿੱਚ ਜਾਣਾ ਚਾਹੁੰਦਾ ਹੈ। ਭਾਵੇਂ ਉਹ ਕੈਨੇਡਾ ਹੋਏ ਜਾਂ ਅਮਰੀਕਾ ਹੋਏ, ਹਰ ਇੱਕ ਬੰਦਾ ਆਪਣਾ ਕੈਰੀਅਰ ਬਣਾਉਣ ਲਈ ਬਾਹਰ ਜਾਣਾ ਚਾਹੁੰਦਾ ਹੈ ਤੇ ਉਹਦਾ ਸਭ ਤੋਂ ਵਧੀਆ ਤੇ ਆਸਾਨ ਤਰੀਕਾ ਹੈ ਕਿ ਆਪਾਂ ਪੜ੍ਹਨ ਲਈ ਬਾਹਰ ਜਾਈਏ। ਉਹਦੇ ਲਈ ਇੱਕ ਟੈਸਟ ਹੈ ਜਿਹੜਾ ਕਿ ਹਰ ਇੱਕ ਬੱਚੇ ਨੂੰ ਦੇਣਾ ਪੈਂਦਾ ਹੈ, ਜਿਹਦਾ ਨਾਮ ਹੈ ਆਇਲਸ। ਆਇਲਸ ਇੱਕ ਇਹੋ ਜਿਹਾ ਟੈਸਟ ਹੈ ਜਿਹੜਾ ਤੁਹਾਡੀ ਇੰਗਲਿਸ਼ ਸਪੀਕਿੰਗ ਐਬਿਲਿਟੀ ਨੂੰ ਟੈਸਟ ਕਰਦਾ ਹੈ, ਕਿਉਂਕਿ ਜਦੋਂ ਇੱਕ ਬੱਚਾ ਬਾਹਰ ਜਾਂਦਾ ਹੈ ਪੜ੍ਹਨ ਲਈ, ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਉਹ ਉਸ ਲੈਂਗੁਏਜ ਨੂੰ ਸਮਝ ਪਾਏ। ਕਿਉਂਕਿ ਜਿਵੇਂ ਹੁਣ ਆਪਾਂ ਪੰਜਾਬ 'ਚ ਰਹਿੰਦੇ ਹਾਂ, ਸਾਡੀ ਮਾਤਰ ਭਾਸ਼ਾ ਹੈਗੀ ਹੈ ਪੰਜਾਬੀ, ਤੇ ਸਾਨੂੰ ਜਦੋਂ ਵੀ ਕਿਸੇ ਨਾਲ ਗੱਲ ਕਰਨੀ ਹੁੰਦੀ ਹੈ ਸਾਡੇ ਵਾਸਤੇ ਉਹ ਬਹੁਤ ਹੀ ਆਸਾਨ ਹੋ ਜਾਂਦਾ ਹੈ। ਤੇ ਜਦੋਂ ਇੱਕ ਬੱਚਾ ਬਾਹਰ ਜਾਂਦਾ ਹੈ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਇੱਕ ਇੰਟਰਨੈਸ਼ਨਲ ਲੈਂਗੁਏਜ ਦਾ ਗਿਆਨ ਹੋਣਾ ਚਾਹੀਦਾ ਹੈ, ਜੋ ਕਿ ਇੰਗਲਿਸ਼ ਹੈ। ਇੰਗਲਿਸ਼ ਇੱਕ ਇਹੋ ਜਿਹੀ ਲੈਂਗੁਏਜ ਹੈ ਜੋ ਕਿ ਹਰ ਇੱਕ ਕੰਟਰੀ 'ਚ ਬੋਲੀ ਜਾਂਦੀ ਹੈ, ਤੇ ਉਸ ਕਰਕੇ ਆਇਲਸ ਵਿੱਚ ਵੀ ਇਹ ਸਬਜੈਕਟ ਦਾ ਟੈਸਟ ਲਿੱਤਾ ਜਾਂਦਾ ਹੈ, ਜਿਹਦੇ ਵਿੱਚ 4 ਮੋਡਿਊਲਸ ਹੁੰਦੇ ਹੈ, ਜਿਹਦੇ ਵਿੱਚ ਸਾਨੂੰ ਲਿਸਨਿੰਗ, ਸਪੀਕਿੰਗ, ਰਾਈਟਿੰਗ ਤੇ ਰੀਡਿੰਗ ਦਾ ਟੈਸਟ ਲਿੱਤਾ ਜਾਂਦਾ ਹੈ। ਇਹ ਟੈਸਟ ਕਿਉਂ ਲਿੱਤਾ ਜਾਂਦਾ ਹੈ? ਕਿਉਂਕਿ ਜਦੋਂ ਤੁਸੀਂ ਇੱਕ ਨਵੇਂ ਦੇਸ਼ 'ਚ ਜਾਓਗੇ ਤੇ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਲੋਕਾਂ ਨਾਲ ਗੱਲਬਾਤ ਕਰੋਗੇ, ਉਹਨਾਂ ਦੀ ਗੱਲਬਾਤ ਸਮਝਣਾ ਚਾਹੋਗੇ, ਉਹਨਾਂ ਨੇ ਕੀ ਲਿਖਿਆ ਹੈ ਉਹ ਪੜ੍ਹਨਾ ਚਾਹੋਗੇ। ਉਹਦੇ ਵਾਸਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਨੂੰ ਉਹ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ। ਉਸੇ ਲਈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ 4 ਮੋਡਿਊਲ ਹੁੰਦੇ ਨੇ ਜਿਹਦਾ ਉਹ ਟੈਸਟ ਲੈਂਦੇ ਨੇ, ਲਿਸਨਿੰਗ, ਰੀਡਿੰਗ, ਰਾਈਟਿੰਗ ਤੇ ਸਪੀਕਿੰਗ, ਜਿਹਦੇ ਨਾਲ ਉਹ ਇਹ ਪਤਾ ਲਗਾਉਂਦੇ ਨੇ ਇਹ ਟੈਸਟ ਦੇ ਜ਼ਰੀਏ ਕਿ ਕੀ ਤੁਸੀਂ ਇਹ ਭਾਸ਼ਾ ਬੋਲ ਕੇ, ਸਮਝ ਕੇ, ਲਿਖ ਕੇ ਆਪਣੀ ਗੱਲ ਦੂਜਿਆਂ ਤੱਕ ਤੇ ਉਹਨਾਂ ਦੀ ਗੱਲ ਆਪਣੇ ਤੱਕ ਸਮਝ ਪਾਉਂਦੇ ਹੋ ਜਾਂ ਨਹੀਂ। ਹੁਣ ਆਪਾਂ ਡਿਸਕਸ ਕਰਾਂਗੇ ਕਿ ਇਹ 4 ਮੋਡਿਊਲ ਕਿਹੜੇ ਹੁੰਦੇ ਨੇ, ਇਹਦੇ 'ਚ ਕੀ ਹੁੰਦਾ ਹੈ ਤੇ ਇਹਦਾ ਉਹ ਨੰਬਰ ਤੁਹਾਨੂੰ ਕਿਸ ਪ੍ਰਕਾਰ ਨਾਲ ਦਿੰਦੇ ਨੇ। ਜਿਵੇਂ ਕਿ ਆਪਾਂ ਕਿਸੇ ਵੀ ਪੇਪਰ, ਕੋਈ ਵੀ ਪੇਪਰ ਦੇਣ ਜਾਂਦੇ ਹਾਂ ਤੇ ਉਹਦੇ 'ਚ ਸਾਨੂੰ ਮਾਰਕਸ 100 ਵਿੱਚੋਂ ਦਿੱਤੇ ਜਾਂਦੇ ਨੇ। ਆਇਲਸ ਵਿੱਚ ਇੱਦਾਂ ਨਹੀਂ ਹੁੰਦਾ ਹੈ। ਇਹਨਾਂ 'ਚ ਬੈਂਡਸ ਦਿੱਤੇ ਜਾਂਦੇ ਨੇ ਤੇ ਮੈਕਸਿਮਮ ਬੈਂਡਸ ਹੁੰਦੇ ਨੇ 9। ਉਹ ਤੁਹਾਨੂੰ 9 ਵਿੱਚੋਂ ਨੰਬਰ ਦਿੰਦੇ ਨੇ। ਹਰ ਇੱਕ ਮੋਡਿਊਲ ਜੋ ਕਿ 4 ਮੋਡਿਊਲ ਨੇ ਉਹਦੇ 'ਚ 9 ਵਿੱਚੋਂ ਤੁਹਾਨੂੰ ਨੰਬਰ ਦਿੱਤੇ ਜਾਂਦੇ ਨੇ। ਉਹ ਤੁਹਾਡੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨਾ ਵਧੀਆ ਉਹ ਪੇਪਰ 'ਚ ਲਿਖਦੇ ਹੋ, ਉਸ ਦੇ ਹਿਸਾਬ ਨਾਲ ਤੁਹਾਨੂੰ ਨੰਬਰ ਦਿੱਤੇ ਜਾਂਦੇ ਨੇ। ਹੁਣ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ ਇਹ ਚਾਰੋਂ ਮੋਡਿਊਲ ਦੀ ਡਿਟੇਲ। ਸਭ ਤੋਂ ਪਹਿਲਾ ਜਿਹੜਾ ਮੋਡਿਊਲ ਹੁੰਦਾ ਹੈ ਉਹ ਹੁੰਦਾ ਹੈ ਲਿਸਨਿੰਗ। 4 ਮੋਡਿਊਲ ਵਿੱਚੋਂ ਲਿਸਨਿੰਗ, ਰੀਡਿੰਗ ਤੇ ਰਾਈਟਿੰਗ ਦਾ ਜਿਹੜਾ ਪੇਪਰ ਹੁੰਦਾ ਹੈ ਉਹ ਇਕੱਠੇ ਲਿੱਤਾ ਜਾਂਦਾ ਹੈ, ਤੇ ਜਿਹੜਾ ਸਪੀਕਿੰਗ ਹੁੰਦਾ ਹੈ ਉਹ ਪੇਪਰ ਅਲੱਗ ਹੁੰਦਾ ਹੈ। ਹੁਣ ਜਿਹੜਾ ਸਪੀਕਿੰਗ ਦਾ ਪੇਪਰ ਹੈ ਉਹ ਉਸੇ ਦਿਨ ਵੀ ਹੋ ਸਕਦਾ ਹੈ ਜਾਂ ਫਿਰ ਤੁਹਾਡੇ ਮੇਨ ਪੇਪਰ ਤੋਂ 7 ਦਿਨ ਦੇ ਅੱਗੇ ਜਾਂ ਪਿੱਛੇ ਦੇ ਵਿਚਕਾਰ ਹੋ ਸਕਦਾ ਹੈ। ਲਿਸਨਿੰਗ ਦਾ ਜਿਹੜਾ ਪੇਪਰ ਹੈ ਉਹ ਟੋਟਲ 40 ਮਿੰਟ ਦਾ ਹੁੰਦਾ ਹੈ, ਜਿਹਦੇ ਵਿੱਚ ਤੁਹਾਨੂੰ 30 ਮਿੰਟ ਮਿਲਦੇ ਨੇ ਆਪਣੇ ਕੁਐਸਚਨ ਆਨਸਰਸ ਲਿਖਣ ਦੇ ਤੇ 10 ਮਿੰਟ ਤੁਹਾਨੂੰ ਬਾਅਦ 'ਚ ਮਿਲਦੇ ਨੇ ਉਹਨਾਂ ਨੂੰ ਟ੍ਰਾਂਸਫਰ ਕਰਨ ਲਈ। ਉਹਦੇ ਬਾਰੇ ਆਪਾਂ ਹੋਰ ਜਾਣਕਾਰੀ ਦਾਂਗੇ ਤੁਹਾਨੂੰ। ਸਭ ਤੋਂ ਪਹਿਲੇ ਲਿਸਨਿੰਗ ਦੇ ਪੇਪਰ 'ਚ ਕੀ ਹੁੰਦਾ ਹੈ। ਹੁਣ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ, ਸਾਡੀ ਮਾਤਰ ਭਾਸ਼ਾ ਜਿਵੇਂ ਪੰਜਾਬੀ ਹੈ, ਸਾਡੇ ਲਈ ਕਿਸੇ ਹੋਰ ਨਾਲ ਗੱਲਬਾਤ ਕਰਨਾ ਬਹੁਤ ਹੀ ਆਸਾਨ ਹੁੰਦਾ ਹੈ। ਪਰ ਜਦੋਂ ਆਪਾਂ ਕਿਸੇ ਹੋਰ ਦੇਸ਼ ਜਾਂਦੇ ਹਾਂ ਉਹਨਾਂ ਦੇ ਬੋਲਣ ਦਾ ਤਰੀਕਾ ਸਾਡੇ ਤੋਂ ਥੋੜ੍ਹਾ ਜਿਹਾ ਡਿਫਰੈਂਟ ਹੋ ਸਕਦਾ ਹੈ, ਤੇ ਉਹ ਤੁਸੀਂ ਕਿੰਨਾ ਸਮਝ ਪਾਉਂਦੇ ਹੋ, ਉਹਨਾਂ ਦਾ ਐਕਸੈਂਟ, ਉਹਨਾਂ ਦਾ ਬੋਲਣ ਦਾ ਤਰੀਕਾ ਤੁਸੀਂ ਕਿੰਨਾ ਸਮਝ ਪਾ ਰਹੇ ਹੋ, ਇਹ ਉਹ ਟੈਸਟ ਕਰਦੇ ਨੇ ਤੁਹਾਡੀ ਲਿਸਨਿੰਗ ਦੇ ਥਰੂ। ਇਹਦੇ ਵਿੱਚ ਤੁਹਾਨੂੰ 4 ਸੈਕਸ਼ਨਸ ਦਿੱਤੇ ਜਾਂਦੇ ਨੇ, ਜਿਹਦੇ ਵਿੱਚ ਤੁਹਾਨੂੰ 40 ਕੁਐਸਚਨ, ਹਰ ਸੈਕਸ਼ਨ 'ਚ 10 ਕੁਐਸਚਨ ਹੁੰਦੇ ਨੇ। ਸਭ ਤੋਂ ਇੰਪੋਰਟੈਂਟ ਚੀਜ਼ ਇਹਦੇ ਵਿੱਚ ਸਮਝਣਾ ਇਹ ਹੈ ਕਿ ਜਦੋਂ ਤੁਸੀਂ ਲਿਸਨਿੰਗ ਦਾ ਪੇਪਰ ਦੇ ਰਹੇ ਹੋ, ਜਦੋਂ ਤੁਹਾਨੂੰ ਉਹ ਸੁਣਾ ਰਹੇ ਹੈ ਨਾਲ ਨਾਲ ਤੁਹਾਨੂੰ ਉਹਦੇ ਆਨਸਰ ਲਿਖਣੇ ਹੁੰਦੇ ਨੇ। ਤੁਹਾਨੂੰ ਬਾਅਦ ਵਿੱਚ ਟਾਈਮ ਨਹੀਂ ਦਿੱਤਾ ਜਾਂਦਾ, ਤੁਹਾਨੂੰ ਉਸੇ ਟਾਈਮ ਉਹ ਕੁਐਸਚਨ ਦਾ ਆਨਸਰ ਦੇਣਗੇ ਤੇ ਤੁਸੀਂ ਉਹ ਲਿਖਣਾ ਹੈ। ਅਸੀਂ ਇੱਕ ਐਗਜ਼ਾਮਪਲ ਡਿਸਕਸ ਕਰਦੇ ਹਾਂ। ਜਿਵੇਂ ਕਿ ਇੱਕ ਕਨਵਰਸੇਸ਼ਨ ਜੋ ਕਿ 2 ਲੋਕਾਂ ਦੀ ਗੱਲਬਾਤ ਚੱਲ ਰਹੀ ਹੈ, ਜਿਵੇਂ ਉਹ ਤੁਹਾਨੂੰ ਪੁੱਛਦੇ ਨੇ A ਤੇ B 2 ਲੋਕ ਨੇ। A ਪੁੱਛਦਾ ਹੈ B ਨੂੰ ਵਾਟ ਇਜ਼ ਯੋਰ ਨੇਮ, ਐਂਡ ਜਿਹੜਾ B ਹੈ ਉਹ ਜਵਾਬ ਦਿੰਦਾ ਹੈ ਮਾਈ ਨੇਮ ਇਜ਼ ਰੇਚਲ। ਹੁਣ ਉਹਦੇ ਰਿਲੇਟਡ ਹੀ ਤੁਹਾਨੂੰ ਇੱਕ ਨੀਚੇ ਬਲੈਂਕ ਹੋਏਗਾ ਜਿਹਦੇ 'ਚ ਕੁਐਸਚਨ ਹੋਏਗਾ ਮਾਈ ਨੇਮ ਇਜ਼ ਡੈਸ਼। ਤੁਸੀਂ ਜੋ ਸੁਣਿਆ ਰੇਚਲ ਉਹ ਤੁਸੀਂ ਉੱਥੇ ਲਿਖਣਾ ਹੈ।
ਹੁਣ ਇਹਦੇ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਜੋ ਸੁਣ ਰਹੇ ਹੋ ਉਹ ਧਿਆਨ ਨਾਲ ਸੁਣਨਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਜੋ ਤੁਸੀਂ ਸੁਣਿਆ ਹੈ ਉਹ ਤੁਸੀਂ ਸਹੀ ਲਿਖੋ, ਕਿਉਂਕਿ ਉਹ ਉਹੀ ਟੈਸਟ ਕਰ ਰਹੇ ਨੇ ਕਿ ਤੁਸੀਂ ਜੋ ਸੁਣ ਰਹੇ ਹੋ ਕਿ ਉਹ ਸਹੀ ਸੁਣ ਰਹੇ ਹੋ। ਕਈ ਵਾਰ ਉਹ ਤੁਹਾਨੂੰ ਕਨਫਿਊਜ਼ ਕਰਨ ਲਈ ਗਲਤ ਵੀ ਬੋਲਦੇ ਨੇ, ਜਿਵੇਂ ਕਿ ਉਹ ਤੁਹਾਨੂੰ ਪੁੱਛਦੇ ਨੇ ਵਾਟ ਇਜ਼ ਯੋਰ ਕਾਰ ਨੰਬਰ ਐਂਡ ਆਨਸਰ 'ਚ ਉਹ ਦੇਣਗੇ ZB67, ਤੁਸੀਂ ਉਹ ਲਿਖ ਰਹੇ ਹੋਵੋਗੇ, ਨਾਲ ਹੀ ਉਹ ਚੇਂਜ ਕਰ ਦੇਣਗੇ। ਉਹ ਦੇਖਣਾ ਚਾਹੁੰਦੇ ਹੈ ਕਿ ਤੁਸੀਂ ਕਿੰਨਾ ਧਿਆਨ ਨਾਲ ਸੁਣ ਰਹੇ ਹੋ, ਤੇ ਉਸ ਤੋਂ ਬਾਅਦ ਉਹ ZB6789 ਇੱਦਾਂ ਕਰ ਦਿੱਤਾ। ਉਹਦੇ ਨਾਲ ਉਹ ਤੁਹਾਨੂੰ ਚੈੱਕ ਕਰਦੇ ਪਏ ਨੇ ਕਿ ਤੁਸੀਂ ਕਿੰਨੇ ਧਿਆਨ ਨਾਲ ਸੁਣਦੇ ਹੋ, ਜੋ ਕਿ ਇੱਕ ਲਿਸਨਿੰਗ ਮੋਡਿਊਲ ਦਾ ਬਹੁਤ ਹੀ ਜ਼ਰੂਰੀ ਚੀਜ਼ ਹੈ। ਨੈਕਸਟ ਜਿਹੜਾ ਮੋਡਿਊਲ ਹੈ ਜੋ ਕਿ ਆਪਾਂ ਡਿਸਕਸ ਕਰਾਂਗੇ ਉਹ ਹੁੰਦਾ ਹੈ ਰੀਡਿੰਗ। ਰੀਡਿੰਗ ਜਿਹੜਾ ਮੋਡਿਊਲ ਹੈ ਉਹਦੇ 'ਚ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ, ਉਹ ਦੇਖਣਾ ਚਾਹੁੰਦੇ ਨੇ ਕਿ ਤੁਸੀਂ ਜੋ ਲੈਂਗੁਏਜ ਹੈ ਉਹ ਕਿੰਨਾ ਸਮਝ ਪਾ ਰਹੇ ਹੋ ਪੜ੍ਹ ਕੇ। ਰੀਡਿੰਗ 'ਚ ਤੁਹਾਨੂੰ 3 ਸੈਕਸ਼ਨ ਹੁੰਦੇ ਨੇ। ਰੀਡਿੰਗ ਵਿੱਚ ਤੁਹਾਨੂੰ 1 ਘੰਟੇ ਦਾ ਟਾਈਮ ਦਿੱਤਾ ਜਾਂਦਾ ਹੈ ਤਿੰਨੋਂ ਸੈਕਸ਼ਨ ਸੋਲਵ ਕਰਨ ਲਈ। ਇਹਦਾ ਜਿਹੜਾ ਡਿਫਿਕਲਟੀ ਲੈਵਲ ਹੁੰਦਾ ਹੈ ਉਹ ਇੱਕ ਸੈਕਸ਼ਨ ਤੋਂ ਦੂਜੇ ਸੈਕਸ਼ਨ 'ਚ ਜਾਂਦੇ ਵੱਧਦਾ ਜਾਂਦਾ ਹੈ, ਜਿਹਦਾ ਮਤਲਬ ਹੈ ਕਿ ਜਿਹੜਾ ਤੁਹਾਡਾ ਪਹਿਲਾ ਪੇਪਰ ਹੋਏਗਾ ਉਹ ਆਸਾਨ ਹੋਏਗਾ, ਤੇ ਜਿਹੜਾ ਤੁਹਾਡਾ ਕੁਐਸਚਨ ਅੱਗੇ ਹੁੰਦੇ ਜਾਣਗੇ ਉਹਦਾ ਡਿਫਿਕਲਟੀ ਲੈਵਲ ਵੱਧਦਾ ਜਾਏਗਾ। ਉਸ ਤੋਂ ਬਾਅਦ ਜਿਹੜਾ ਆਖਰੀ ਪੇਪਰ ਹੁੰਦਾ ਹੈ ਉਹ ਹੁੰਦਾ ਹੈ ਰਾਈਟਿੰਗ ਦਾ। ਹੁਣ ਰਾਈਟਿੰਗ ਦੇ ਵਿੱਚ ਤੁਹਾਨੂੰ ਕੁਝ ਚੀਜ਼ਾਂ ਬਹੁਤ ਜ਼ਰੂਰੀ ਹੈ ਧਿਆਨ ਰੱਖਣਾ। ਸਭ ਤੋਂ ਪਹਿਲਾਂ ਜਦੋਂ ਤੁਸੀਂ ਰਾਈਟਿੰਗ ਦਾ ਪੇਪਰ ਦੇ ਰਹੇ ਹੋ, ਉਹ ਦੇਖਦੇ ਪਏ ਨੇ ਕਿ ਤੁਸੀਂ ਕਿੱਦਾਂ ਲਿਖਦੇ ਹੋ ਇੰਗਲਿਸ਼ ਲੈਂਗੁਏਜ ਨੂੰ, ਤੇ ਉਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਤੁਹਾਡੀ ਕੋਈ ਵੀ ਸਪੈਲਿੰਗ ਮਿਸਟੇਕ ਨਹੀਂ ਹੋਣੀ ਚਾਹੀਦੀ, ਤੁਹਾਡੀ ਕੋਈ ਵੀ ਗ੍ਰਾਮੈਟੀਕਲ ਮਿਸਟੇਕ ਨਹੀਂ ਹੋਣੀ ਚਾਹੀਦੀ। ਇਹ 2 ਚੀਜ਼ਾਂ ਬਹੁਤ ਹੀ ਇੰਪੋਰਟੈਂਟ ਹੈ। ਉਸ ਤੋਂ ਬਾਅਦ ਤੁਹਾਡਾ ਬਹੁਤ ਜ਼ਰੂਰੀ ਹੈ ਕਿ ਜੋ ਤੁਸੀਂ ਲਿਖਦੇ ਪਏ ਹੋ, ਜੋ ਪੜ੍ਹਨ ਵਾਲਾ ਹੈ ਉਹਨੂੰ ਉਹ ਚੀਜ਼ ਸਮਝ ਆਉਣੀ ਚਾਹੀਦੀ ਹੈ। ਉਹ ਜਿਹੜੀ ਤੁਸੀਂ ਲੈਂਗੁਏਜ ਲਿਖੀ ਹੈ, ਜੋ ਤੁਸੀਂ ਵਰਡਸ ਲਿਖੇ ਹੈ, ਉਹ ਕਲੀਅਰ ਹੋਣੇ ਚਾਹੀਦੇ, ਉਹਦਾ ਕੋਈ ਡਬਲ ਮੀਨਿੰਗ ਨਹੀਂ ਨਿਕਲਣਾ ਚਾਹੀਦਾ। ਰਾਈਟਿੰਗ ਵਿੱਚ ਤੁਹਾਡੇ 2 ਟਾਸਕ ਹੁੰਦੇ ਨੇ, ਟਾਸਕ 1 ਤੇ ਟਾਸਕ 2। ਟਾਸਕ 1 'ਚ ਤੁਹਾਨੂੰ ਘੱਟੋ ਘੱਟ 150 ਵਰਡ ਲਿਖਣੇ ਹੁੰਦੇ ਨੇ, ਤੇ ਟਾਸਕ 2 'ਚ ਤੁਹਾਨੂੰ ਘੱਟੋ ਘੱਟ 250 ਵਰਡਸ ਲਿਖਣੇ ਹੁੰਦੇ ਨੇ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਟਾਸਕ 1। ਟਾਸਕ 1 'ਚ ਤੁਹਾਨੂੰ ਇੱਕ ਫਿਗਰ ਦਿੱਤੀ ਗਈ ਹੁੰਦੀ ਹੈ। ਹੁਣ ਇਹ ਜਿਹੜੀ ਫਿਗਰ ਹੁੰਦੀ ਹੈ ਉਹ ਜਾਂ ਇੱਕ ਟੇਬਲ ਵੀ ਹੋ ਸਕਦਾ ਹੈ, ਪਾਈ ਚਾਰਟ ਵੀ ਹੋ ਸਕਦਾ ਹੈ, ਗ੍ਰਾਫ ਵੀ ਹੋ ਸਕਦਾ ਹੈ। ਉਹਦੇ ਮੁਤਾਬਿਕ ਤੁਹਾਨੂੰ ਜੋ ਵੀ ਇਨਫੋਰਮੇਸ਼ਨ, ਜੋ ਵੀ ਜਾਣਕਾਰੀ ਉਸ ਫਿਗਰ ਵਿੱਚ ਦਿੱਤੀ ਗਈ ਹੈ, ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਤੁਹਾਨੂੰ ਇੱਕ ਟੇਬਲ ਦਿੱਤਾ ਗਿਆ ਹੈ ਜਿਹਦੇ 'ਚ ਤੁਹਾਨੂੰ ਕਿਸੇ ਵੀ ਜ਼ਿਲ੍ਹੇ ਦੀ ਪੋਪੂਲੇਸ਼ਨ ਬਾਰੇ ਦੱਸਿਆ ਗਿਆ ਹੈ ਕਿ 1970 ਤੋਂ 1980 ਵਿੱਚ ਇਸ ਜ਼ਿਲ੍ਹੇ ਵਿੱਚ ਮੇਲ ਮੈਂਬਰ ਸੀਗੇ 2 ਲੱਖ ਤੇ ਫੀਮੇਲ ਮੈਂਬਰ ਸੀਗੇ 3 ਲੱਖ। ਉੱਦਾਂ ਹੀ ਟੇਬਲ ਦੇ ਅੱਗੇ 1980 ਤੋਂ 1990 ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਦੇ ਵਿੱਚ ਮੇਲ ਮੈਂਬਰ ਸੀਗੇ 4 ਲੱਖ ਤੇ ਫੀਮੇਲ ਮੈਂਬਰ ਸੀਗੇ 5 ਲੱਖ। ਇਸ ਮੁਤਾਬਿਕ ਤੁਹਾਨੂੰ 40 ਤੋਂ 50 ਸਾਲ ਦੇ ਆંકੜੇ ਦਿੱਤੇ ਗਏ ਨੇ, ਜਿਹਦੀ ਇਨਫੋਰਮੇਸ਼ਨ ਤੁਹਾਨੂੰ ਉਹਦੇ 'ਚ ਉਸ ਟਾਈਮ ਤੇ ਕਿੰਨੇ ਮੇਲ ਮੈਂਬਰ ਸੀਗੇ ਤੇ ਕਿੰਨੇ ਫੀਮੇਲ ਮੈਂਬਰ ਸੀਗੇ ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹੁਣ ਇਹਦੇ ਵਿੱਚ ਤੁਹਾਨੂੰ ਉਹਨਾਂ ਨੇ ਸਿਰਫ ਜੋ ਉਹ ਜਾਣਨਾ ਚਾਹੁੰਦੇ ਨੇ ਉਹ ਇਹ ਹੈ ਕਿ ਤੁਸੀਂ ਇਸ ਇਨਫੋਰਮੇਸ਼ਨ ਨੂੰ, ਜੋ ਕਿ ਉਹਨਾਂ ਨੇ ਤੁਹਾਨੂੰ ਇੱਕ ਟੇਬਲ ਦੇ ਫਾਰਮ 'ਚ ਦਿੱਤੀ ਗਈ ਹੈ, ਕੀ ਤੁਸੀਂ ਉਹਨੂੰ ਇੰਗਲਿਸ਼ 'ਚ ਲਿਖ ਪਾਉਂਦੇ ਹੋ ਜਾਂ ਨਹੀਂ। ਉਹ ਤੁਹਾਡੀ ਇੰਟੈਲੀਜੈਂਸ ਚੈੱਕ ਨਹੀਂ ਕਰ ਰਹੇ, ਉਹ ਸਿਰਫ ਇਹ ਚੈੱਕ ਕਰ ਰਹੇ ਨੇ ਕਿ ਕੀ ਜੋ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਹੈ ਉਹ ਤੁਸੀਂ ਕਿਸ ਤਰੀਕੇ ਉਹਨਾਂ ਨੂੰ ਇੱਕ ਇੰਟਰਨੈਸ਼ਨਲ ਲੈਂਗੁਏਜ ਜੋ ਕਿ ਇੰਗਲਿਸ਼ ਹੈ ਉਹਨੂੰ ਰਿਟਨ ਪਲੇਟਫਾਰਮ 'ਤੇ ਕਿੱਦਾਂ ਤੁਸੀਂ ਉਹਨੂੰ ਸ਼ੋ ਕਰਦੇ ਹੋ। ਜਿਵੇਂ ਕਿ ਹੁਣ ਇਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦਿੰਦੇ ਹੋ। ਉਸ ਇੰਟਰੋਡਕਸ਼ਨ 'ਚ ਤੁਸੀਂ ਸਿਰਫ ਇਹ ਲਿਖਣਾ ਹੁੰਦਾ ਹੈ ਕਿ ਤੁਸੀਂ ਕੀ ਦੇਖ ਰਹੇ ਹੋ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਟਾਸਕ ਵਿੱਚ ਤੁਹਾਨੂੰ ਕਈ ਪ੍ਰਕਾਰ ਦੀ ਇਮੇजेस ਦਿੱਤੀ ਜਾ ਸਕਦੀ ਹੈ। ਤੁਹਾਨੂੰ ਇੱਕ ਪਾਈ ਚਾਰਟ ਦਿੱਤਾ ਹੋ ਸਕਦਾ ਹੈ, ਤੁਹਾਨੂੰ ਇੱਕ ਗ੍ਰਾਫ ਦਿੱਤਾ ਹੋ ਸਕਦਾ ਹੈ, ਟੇਬਲ ਦਿੱਤਾ ਹੋ ਸਕਦਾ ਹੈ। ਤੇ ਜਿਹੜਾ ਅਸੀਂ ਐਗਜ਼ਾਮਪਲ ਡਿਸਕਸ ਕੀਤਾ ਉਹਦੇ ਵਿੱਚ ਆਪਾਂ ਡਿਸਕਸ ਕੀਤਾ ਕਿ ਇੱਕ ਟੇਬਲ ਦਿੱਤਾ ਗਿਆ ਹੈ। ਉਸ ਕਰਕੇ ਆਪਾਂ ਸਿਰਫ ਇੰਟਰੋਡਕਸ਼ਨ 'ਚ ਇੰਨਾ ਲਿਖਾਂਗੇ ਕਿ ਕੀ ਤੁਸੀਂ ਦੇਖ ਰਹੇ ਹੋ। ਸੋ ਸਭ ਤੋਂ ਪਹਿਲਾਂ ਤੁਸੀਂ ਦੱਸੋਗੇ ਆਈ ਐਮ ਲੁਕਿੰਗ ਐਟ ਅ ਟੇਬਲ wherein the information regarding the number of males and number of females has been given in the years 1970 to 1990। ਇੱਦਾਂ ਕਰਕੇ ਤੁਸੀਂ ਸਿਰਫ 1 ਤੋਂ 2 ਲਾਈਨ ਦੀ ਇਨਫੋਰਮੇਸ਼ਨ ਉਹਦੇ 'ਚ ਲਿਖੋਗੇ ਇੰਟਰੋਡਕਸ਼ਨ 'ਚ, ਜਿਹਦੇ 'ਚ ਤੁਸੀਂ ਦੱਸੋਗੇ ਕਿ ਤੁਸੀਂ ਕੀ ਦੇਖ ਰਹੇ ਹੋ। ਉਸ ਤੋਂ ਬਾਅਦ
ਤੁਸੀਂ ਉਹਦੇ 'ਚ ਇਹ ਲਿਖਣਾ ਹੈ ਉਹ ਟੇਬਲ ਨੂੰ ਦੇਖਦੇ ਦੇਖਦੇ ਕਿ ਤੁਸੀਂ ਉਸ ਇਨਫੋਰਮੇਸ਼ਨ ਨੂੰ ਕਿੱਦਾਂ ਇੰਟਰਪ੍ਰੇਟ ਕੀਤਾ, ਤੁਸੀਂ ਉਸ ਇਨਫੋਰਮੇਸ਼ਨ ਤੋਂ ਕੀ ਦੇਖਿਆ ਕਿ 1970 ਵਿੱਚ ਜੇ ਮੇਲ ਮੈਂਬਰ ਸੀਗੇ 3 ਲੱਖ ਤੇ 1980 ਚ ਮੇਲ ਮੈਂਬਰਸ ਹੋ ਗਏ 4 ਲੱਖ। ਇਹਦੇ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਇਹਦੇ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ 1970 ਤੋਂ 1980 ਦੇ ਵਿੱਚ ਆਂਦੇ ਆਂਦੇ ਮੇਲ ਮੈਂਬਰਸ ਜਿਹੜੇ ਨੇ 1 ਲੱਖ ਤੋਂ ਵੱਧ ਗਏ। ਉਹੀ ਇਨਫੋਰਮੇਸ਼ਨ ਤੁਸੀਂ ਲਿਖਣੀ ਹੈ। ਆਪਾਂ ਉਹਦੇ ਬਾਰੇ ਲਿਖਣਾ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਸਾਨੂੰ ਕੋਈ ਕਨਕਲੂਜਨ ਦੇਣ ਦੀ ਲੋੜ ਨਹੀਂ ਹੁੰਦੀ, ਸਿਰਫ ਇੰਨਾ ਹੀ ਲਿਖਣਾ ਹੁੰਦਾ ਹੈ। ਉੱਥੇ ਜੋ ਇਨਫੋਰਮੇਸ਼ਨ ਦਿੱਤੀ ਗਈ ਹੈ ਉਸ ਟੇਬਲ 'ਚ ਅਸੀਂ ਉਹੀ ਇਨਫੋਰਮੇਸ਼ਨ ਲਿਖ ਦੇਣੀ ਹੈ ਆਪਣੀ ਸ਼ੀਟ 'ਚ। ਉਸ ਤੋਂ ਜ਼ਿਆਦਾ ਇਨਫੋਰਮੇਸ਼ਨ ਸਾਨੂੰ ਦੇਣ ਦੀ ਲੋੜ ਨਹੀਂ ਹੈ। ਸਾਨੂੰ ਜ਼ਿਆਦਾ ਸ਼ੀਟਾਂ ਭਰਨ ਨਾਲ ਜ਼ਿਆਦਾ ਬੈਂਡ ਨਹੀਂ ਮਿਲਦੇ। ਉਹ ਸਿਰਫ ਇਹੀ ਦੇਖਣਾ ਚਾਹੁੰਦੇ ਨੇ ਕਿ ਜੋ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਉਹ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਹੀ ਐਕਸਪਲੇਨ ਕਰਦੇ ਹੋ ਆਪਣੀ ਇੰਗਲਿਸ਼ ਲੈਂਗੁਏਜ ਦੇ ਥਰੂ। ਇੱਕ ਹੋਰ ਬਹੁਤ ਜ਼ਰੂਰੀ ਗੱਲ ਇਹਦੇ 'ਚ ਇਹ ਹੈ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਟਾਸਕ 1 'ਚ ਮਿਨੀਮਮ ਵਰਡ ਲਿਮਿਟ ਹੈ 150 ਵਰਡਸ। ਹੁਣ ਇਹਦੀ ਮੈਕਸਿਮਮ ਵਰਡ ਲਿਮਿਟ ਕੁਛ ਨਹੀਂ ਹੈ, ਬਟ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਤੁਸੀਂ 170 ਤੋਂ 190 ਵਰਡਸ ਤੋਂ ਜ਼ਿਆਦਾ ਨਾ ਲਿਖੋ, ਕਿਉਂਕਿ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਟਾਸਕ 1 ਵਾਸਤੇ ਸਿਰਫ 20 ਮਿੰਟ ਦਿੱਤੇ ਜਾਂਦੇ ਨੇ ਤੇ ਟੋਟਲ ਰਾਈਟਿੰਗ ਸੈਕਸ਼ਨ 'ਚ ਤੁਹਾਨੂੰ 60 ਮਿੰਟ ਦਿੱਤੇ ਜਾਂਦੇ ਨੇ, ਜਿਹਦੇ ਵਿੱਚ ਟਾਸਕ 2 'ਚ ਤੁਹਾਨੂੰ 40 ਮਿੰਟ ਦੀ ਜ਼ਰੂਰਤ ਪੈਂਦੀ ਹੈ। ਤੇ 150 ਵਰਡਸ ਤੋਂ ਘੱਟ ਵੀ ਲਿਖਣ ਤੇ ਤੁਹਾਡੇ ਬੈਂਡਸ ਕੱਟੇ ਜਾਂਦੇ ਨੇ। ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਸੀਂ ਰਾਈਟਿੰਗ ਟਾਸਕ 1 ਲਿਖ ਰਹੇ ਹੋ। ਹੁਣ ਜੇ ਆਪਾਂ ਗੱਲ ਕਰੀਏ ਟਾਸਕ 2 ਦੇ ਬਾਰੇ, ਰਾਈਟਿੰਗ ਟਾਸਕ 2 ਵਿੱਚ ਤੁਹਾਨੂੰ ਇੱਕ ਐਸੇ ਲਿਖਣ ਲਈ ਦਿੱਤਾ ਜਾਂਦਾ ਹੈ। ਹੁਣ ਇਹ ਐਸੇ ਕਈ ਪ੍ਰਕਾਰ ਦੇ ਹੋ ਸਕਦੇ ਨੇ। ਉਹਦੇ 'ਚ ਤੁਹਾਨੂੰ ਕੋਈ ਚੀਜ਼ ਦੇ ਐਡਵਾਂਟੇਜਸ ਜਾਂ ਡਿਸਐਡਵਾਂਟੇਜਸ ਪੁੱਛੇ ਜਾ ਸਕਦੇ ਨੇ, ਜਿਵੇਂ ਕਿ ਇੰਟਰਨੈਟ। ਵਾਟ ਆਰ ਦ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਆਫ ਇੰਟਰਨੈਟ। ਹੁਣ ਤੁਹਾਨੂੰ ਇਹਦੇ ਹਿਸਾਬ ਨਾਲ ਜੋ ਲੱਗਦਾ ਹੈ ਇੰਟਰਨੈਟ ਦੇ ਕੀ ਲਾਭ ਤੇ ਹਾਨੀਆਂ ਨੇ, ਤੁਸੀਂ ਉਹ ਉਸ ਐਸੇ 'ਚ ਲਿਖਣਾ ਹੁੰਦਾ ਹੈ। ਐਸੇ ਤੁਹਾਡਾ ਅਗੇਨ ਮਿਨੀਮਮ ਵਰਡ ਲਿਮਿਟ 250 ਹੁੰਦੀ ਹੈ, ਮੈਕਸਿਮਮ ਵਰਡ ਲਿਮਿਟ ਨਹੀਂ ਹੈ। ਇਹਦੇ 'ਚ ਤੁਹਾਨੂੰ ਹੋਰ ਵੀ ਬਹੁਤ ਤਰੀਕੇ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ, ਜਿਹਦੇ ਬਾਰੇ ਆਪਾਂ ਡਿਟੇਲ 'ਚ ਨੈਕਸਟ ਐਪੀਸੋਡ 'ਚ ਡਿਸਕਸ ਕਰਾਂਗੇ। ਨੈਕਸਟ ਜਿਹੜਾ ਸਾਡਾ ਮੋਡਿਊਲ ਹੈ, ਜੋ ਕਿ ਆਖਰੀ ਮੋਡਿਊਲ ਹੈ, ਉਹ ਹੈ ਸਪੀਕਿੰਗ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਪੀਕਿੰਗ ਦਾ ਜਿਹੜਾ ਐਗਜ਼ਾਮ ਹੁੰਦਾ ਹੈ ਉਹ ਬਾਕੀ 3 ਜਿਹੜੇ ਮੋਡਿਊਲ ਹੈ ਉਹਨਾਂ ਨਾਲ ਨਹੀਂ ਹੁੰਦਾ ਹੈ। ਇਹ ਵੱਖਰੇ ਟਾਈਮ ਤੇ ਹੁੰਦਾ ਹੈ, ਜੋ ਕਿ ਉਸੇ ਦਿਨ ਵੀ ਹੋ ਸਕਦਾ ਹੈ ਤੇ ਕਿਸੇ ਹੋਰ ਦਿਨ ਵੀ ਹੋ ਸਕਦਾ ਹੈ। ਸਪੀਕਿੰਗ ਵਿੱਚ ਅਗੇਨ ਤੁਹਾਨੂੰ ਇੱਕ ਕੋਆਰਡੀਨੇਟਰ ਹੁੰਦਾ ਹੈ ਜੋ ਤੁਹਾਡਾ ਐਗਜ਼ਾਮ ਲੈਂਦਾ ਹੈ ਸਪੀਕਿੰਗ 'ਚ 1 on 1। ਮਤਲਬ ਤੁਸੀਂ ਉਹਨਾਂ ਦੇ ਨਾਲ ਇਕੱਲੇ ਇਹ ਐਗਜ਼ਾਮ ਦੋਗੇ, ਉਹ ਤੁਹਾਨੂੰ ਕੁਐਸਚਨਸ ਪੁੱਛਣਗੇ ਤੇ ਤੁਸੀਂ ਉਹਦੇ ਜਵਾਬ ਦੋਗੇ। ਸਪੀਕਿੰਗ ਵਿੱਚ 3 ਸੈਕਸ਼ਨਸ ਹੁੰਦੇ ਨੇ। ਸੈਕਸ਼ਨ 1 ਜਿਹਦੇ ਵਿੱਚ ਤੁਸੀਂ ਆਪਣੀ ਇੰਟਰੋਡਕਸ਼ਨ ਦਿੰਦੇ ਹੋ। ਸਭ ਤੋਂ ਪਹਿਲਾਂ ਜਦੋਂ ਤੁਸੀਂ ਉਸ ਰੂਮ 'ਚ ਐਂਟਰ ਕਰਦੇ ਹੋ, ਉਹ ਤੁਹਾਨੂੰ ਤੁਹਾਡੀ ਆਈਡੀ ਮੰਗਦੇ ਨੇ। ਤੁਹਾਡੀ ਆਈਡੀ ਦੇਖਦੇ ਨੇ ਜੋ ਕਿ ਤੁਹਾਡਾ ਪਾਸਪੋਰਟ ਹੋਏਗਾ। ਤੁਹਾਡੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈਂਦੇ ਨੇ ਕਿ ਤੁਸੀਂ ਕੀ ਨਾਮ ਹੈ ਤੁਹਾਡਾ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ। ਤੁਸੀਂ ਉਹ ਇਨਫੋਰਮੇਸ਼ਨ ਉਹਨਾਂ ਨੂੰ ਦਿੰਦੇ ਹੋ। ਉਹ ਆਪਣੀ ਇੰਟਰੋਡਕਸ਼ਨ ਵੀ ਤੁਹਾਨੂੰ ਦਿੰਦੇ ਨੇ। ਉਸ ਤੋਂ ਬਾਅਦ ਜਿਵੇਂ ਕਿ ਸੈਕਸ਼ਨ 1 'ਚ ਸਭ ਤੋਂ ਪਹਿਲਾਂ ਡਿਸਕਸ ਕੀਤਾ ਜਾਂਦਾ ਹੈ ਤੁਹਾਡੀ ਇੰਟਰੋਡਕਸ਼ਨ ਤੇ ਤੁਹਾਡੇ ਕੁਝ ਜਨਰਲ ਕੁਐਸਚਨ ਤੁਹਾਡੇ ਤੋਂ ਰਿਲੇਟਡ। ਹੁਣ ਇਹ ਜਿਹੜੇ ਕੁਐਸਚਨ ਹੁੰਦੇ ਨੇ ਉਹ ਤੁਹਾਡੀ ਲਾਈਫ ਤੋਂ ਰਿਲੇਟਡ, ਤੁਹਾਡੇ ਕੰਮ ਤੋਂ ਰਿਲੇਟਡ, ਤੁਹਾਡੇ ਸਟੱਡੀਜ਼ ਤੋਂ ਰਿਲੇਟਡ, ਤੁਹਾਡੀ ਹੌਬੀਜ਼, ਤੁਹਾਡਾ ਕੀ ਇੰਟਰਸਟ ਨੇ, ਕਿੱਥੇ ਤੁਹਾਨੂੰ ਜਾਣਾ ਪਸੰਦ ਹੈ, ਉਹ ਕਿਸੇ ਵੀ ਟਾਈਪ ਦਾ ਕੁਐਸਚਨ ਹੋ ਸਕਦਾ ਹੈ। ਤੇ ਜਦੋਂ ਤੁਸੀਂ ਇਹ ਜਵਾਬ ਦੇ ਰਹੇ ਹੋ, ਤੁਹਾਡੀ ਪ੍ਰੋਨਾਂਸੀਏਸ਼ਨ, ਤੁਹਾਡਾ ਐਕਸੈਂਟ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਉਹ ਇਨਸਾਨ ਜੋ ਤੁਹਾਡਾ ਐਗਜ਼ਾਮ ਲੈ ਰਿਹਾ ਹੈ ਉਹ ਕਿਹੜੇ ਵੀ ਦੇਸ਼ ਤੋਂ ਹੋਵੇ, ਭਾਵੇਂ ਅਮਰੀਕਾ ਤੋਂ ਹੋਵੇ, ਭਾਵੇਂ ਕੈਨੇਡਾ ਤੋਂ ਹੋਵੇ, ਭਾਵੇਂ ਇੰਡੀਆ ਤੋਂ ਹੋਵੇ, ਉਹ ਤੁਹਾਡੀ ਪ੍ਰੋਨਾਂਸੀਏਸ਼ਨ ਸਮਝ ਸਕੇ। ਇਹੀ ਉਹਦਾ ਇੱਕ ਰੀਜ਼ਨ ਹੈ ਇਸ ਪੇਪਰ ਦਾ ਲੈਣ ਦਾ। ਇਸ ਪੇਪਰ ਵਿੱਚ ਤੁਹਾਨੂੰ ਉਹ ਜੱਜ ਕਰਦੇ ਨੇ ਤੁਹਾਡੀ ਪ੍ਰੋਨਾਂਸੀਏਸ਼ਨ ਤੇ, ਤੁਹਾਡੀ ਗ੍ਰਾਮੈਟੀਕਲ ਮਿਸਟੇਕਸ ਤੇ, ਤੁਸੀਂ ਕਿੱਦਾਂ ਆਪਣੀ ਗੱਲ ਨੂੰ ਐਕਸਪਲੇਨ ਕਰ ਪਾ ਰਹੇ ਹੋ, ਕੀ ਤੁਹਾਡੀ ਸੋਚ ਹੈ, ਇਹ ਸਾਰੀ ਚੀਜ਼ਾਂ ਤੇ ਉਹ ਤੁਹਾਨੂੰ ਜੱਜ ਕਰਦੇ ਨੇ। ਸਭ ਤੋਂ ਪਹਿਲਾਂ ਜਿਹੜਾ ਪਹਿਲਾ ਸੈਕਸ਼ਨ ਹੈ ਜੋ ਕਿ ਹੈ ਬੇਸਿਕ ਇੰਟਰੋਡਕਸ਼ਨ ਦਾ, ਉਹਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ ਨੇ ਜੋ ਕਿ ਤੁਹਾਡੇ ਤੋਂ ਰਿਲੇਟਡ ਹੋਣਗੇ। ਉਹ ਕੁਐਸਚਨ ਦਾ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ। ਸਭ ਤੋਂ ਪਹਿਲਾਂ ਜਿਵੇਂ ਕਿ ਉਹ ਤੁਹਾਨੂੰ ਇੱਕ ਕੁਐਸਚਨ ਪੁੱਛਦੇ ਨੇ, ਡੂ ਯੂ ਹੈਵ ਅ ਹੌਬੀ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਸ ਕੁਐਸਚਨ ਦਾ ਆਨਸਰ ਇੱਕ ਵਰਡ 'ਚ ਨਾ ਦਿਓ।
ਜਿਹਨੂੰ ਕਿ ਆਪਾਂ ਆਬਜੈਕਟਿਵ ਆਨਸਰ ਵੀ ਕਹਿੰਦੇ ਹਾਂ। ਯੈਸ ਜਾਂ ਨੋ ਇਹਦਾ ਆਨਸਰ ਨਹੀਂ ਹੋਏਗਾ। ਇਹਦੇ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਬੋਲੋ ਤਾਂ ਕਿ ਉਹ ਸਮਝ ਪਾਣ ਕਿ ਤੁਸੀਂ ਇਸ ਲੈਂਗੁਏਜ ਵਿੱਚ ਬਹੁਤ ਕੰਫਰਟੇਬਲ ਹੋ, ਤੁਸੀਂ ਬਹੁਤ ਕੰਫਰਟੇਬਲੀ ਇੰਗਲਿਸ਼ ਲੈਂਗੁਏਜ ਜੋ ਕਿ ਇੱਕ ਇੰਟਰਨੈਸ਼ਨਲ ਲੈਂਗੁਏਜ ਹੈ ਉਹਨੂੰ ਬੋਲ ਸਕਦੇ ਹੋ। ਇਸ ਲਈ ਜਿਵੇਂ ਕਿ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਜਾਂਦਾ ਹੈ, ਡੂ ਯੂ ਹੈਵ ਅ ਹੌਬੀ, ਤੇ ਤੁਹਾਡਾ ਜਵਾਬ ਹੋਣਾ ਚਾਹੀਦਾ ਹੈ ਯੈਸ ਆਈ ਹੈਵ ਮੈਨੀ ਹੌਬੀਜ਼, I like playing cricket, I like playing badminton, I like to watch movies, I like to go to different places। ਇੱਦਾਂ ਦਾ ਤੁਸੀਂ ਸਬਜੈਕਟਿਵ ਆਨਸਰ ਬਣਾਓ ਤਾਂ ਕਿ ਉਹ ਤੁਹਾਨੂੰ ਉਸ ਤੋਂ ਰਿਲੇਟਡ ਹੋਰ ਕੁਐਸਚਨਸ ਪੁੱਛਣ ਤੇ ਤੁਹਾਡੇ ਬੈਂਡ ਵੀ ਅੱਛੇ ਮਿਲਣ। ਜਿਹੜੀ ਹੌਬੀ ਤੁਸੀਂ ਦੱਸੋਗੇ ਉਸ ਹੌਬੀ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਤੁਹਾਨੂੰ ਪੂਰਾ ਗਿਆਨ ਹੋਣਾ ਚਾਹੀਦਾ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਕੁਐਸਚਨ ਦਾ ਜਵਾਬ ਦਿੰਦੇ ਹੋ ਉਸੇ ਕੁਐਸਚਨ ਤੋਂ ਹੋਰ ਕੁਐਸਚਨ ਪੁੱਛੇ ਜਾਂਦੇ ਨੇ ਤੇ ਜੋ ਵੀ ਤੁਸੀਂ ਜਵਾਬ ਦੇ ਰਹੇ ਹੋ ਤੁਸੀਂ ਧਿਆਨ ਰੱਖਣਾ ਹੈ ਕਿ ਤੁਹਾਨੂੰ ਉਸ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਹੈ। ਜਿਵੇਂ ਕਿ ਉਹਨਾਂ ਨੇ ਪਹਿਲਾ ਕੁਐਸਚਨ ਪੁੱਛਿਆ ਡੂ ਯੂ ਹੈਵ ਅ ਹੌਬੀ, ਹੁਣ ਤੁਸੀਂ ਉਹਦਾ ਜਵਾਬ ਦੇ ਦਿੱਤਾ ਕਿ ਹਾਂ ਮੇਰੀ ਹੌਬੀਜ਼ ਨੇ, ਇਹ ਮੇਰੀ ਹੌਬੀਜ਼ ਨੇ। ਹੁਣ ਇਸ ਤੋਂ ਰਿਲੇਟਡ ਉਹ ਤੁਹਾਨੂੰ ਹੋਰ ਕੁਐਸਚਨਸ ਪੁੱਛਣਗੇ। ਇਸ ਸੈਕਸ਼ਨ 'ਚ ਤੁਹਾਨੂੰ 6 ਤੋਂ 7 ਕੁਐਸਚਨਸ ਪੁੱਛੇ ਜਾਂਦੇ ਨੇ। ਜਦੋਂ ਤੁਹਾਨੂੰ ਇੱਕ ਹੌਬੀ ਪੁੱਛੀ ਜਾ ਰਹੀ ਹੈ, ਜੇ ਤੁਸੀਂ ਜਵਾਬ ਦਿੱਤਾ ਹੈ ਕਿ ਮੇਰੀ ਫੇਵਰੇਟ ਹੌਬੀ ਹੈ ਕ੍ਰਿਕਟ ਖੇਲਣਾ, ਹੁਣ ਇਸ ਹੌਬੀ ਬਾਰੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਇਹ ਕਿੱਥੇ ਖੇਡਿਆ ਜਾਂਦਾ ਹੈ, ਇਹਦੇ 'ਚ ਕਿੰਨੇ ਮੈਂਬਰਸ ਹੁੰਦੇ ਨੇ, ਕਿੰਨੇ ਟੀਮ ਪਲੇਅਰਸ ਹੁੰਦੇ ਨੇ, ਫੀਲਡਿੰਗ ਕਿੱਥੇ ਕੀਤੀ ਜਾਂਦੀ ਹੈ, ਕਿੰਨੇ ਲੋਕ ਹੁੰਦੇ ਨੇ ਇੱਕ ਟਾਈਮ 'ਤੇ ਫੀਲਡ ਦੇ ਵਿੱਚ, ਇਹ ਸਾਰੀ ਇਨਫੋਰਮੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਜਦੋਂ ਤੁਹਾਨੂੰ ਸੈਕਸ਼ਨ 1 'ਚ ਤੁਹਾਡੇ ਤੋਂ ਰਿਲੇਟਡ ਕੁਐਸਚਨ ਪੁੱਛੇ ਜਾ ਰਹੇ ਨੇ, ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹੀ ਜਵਾਬ ਦਿਓ ਜੋ ਤੁਹਾਨੂੰ ਆਉਂਦੇ ਹੋਣ, ਜੋ ਸੱਚ ਹੋਵੇ। ਹੁਣ ਤੁਹਾਨੂੰ ਇਸ ਤੋਂ ਹੀ ਰਿਲੇਟਡ ਨੈਕਸਟ ਕੁਐਸਚਨ ਪੁੱਛਿਆ ਜਾਂਦਾ ਹੈ ਵਾਟ ਇਕਵਿਪਮੈਂਟ ਇਜ਼ ਯੂਜ਼ਡ ਫॉर योर ਹੌਬੀ। ਹੁਣ ਇਹਦਾ ਮਤਲਬ ਹੈ ਕਿ ਜੋ ਤੁਹਾਡੀ ਹੌਬੀ ਹੈ ਉਹ ਕਰਨ ਲਈ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ। ਹੁਣ ਜਿਵੇਂ ਕਿ ਆਪਾਂ ਜਵਾਬ ਦਿੱਤਾ ਕਿ ਸਾਨੂੰ ਕ੍ਰਿਕਟ ਖੇਡਣਾ ਪਸੰਦ ਹੈ, ਹੁਣ ਇਸ ਤੋਂ ਰਿਲੇਟਡ ਤੁਹਾਨੂੰ ਜਦੋਂ ਤੁਸੀਂ ਕ੍ਰਿਕਟ ਖੇਡੋਗੇ ਤੁਹਾਨੂੰ ਕੀ ਚੀਜ਼ ਦੀ ਜ਼ਰੂਰਤ ਪਏਗੀ। ਤੁਹਾਨੂੰ ਇੱਕ ਬੈਟ ਚਾਹੀਦਾ ਹੈ, ਤੁਹਾਨੂੰ ਬਾਲ ਚਾਹੀਦੀ ਹੈ, ਤੁਹਾਨੂੰ ਵਿਕਟਸ ਚਾਹੀਦੀਆਂ ਨੇ, ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸ ਤੋਂ ਰਿਲੇਟਡ ਤੁਹਾਨੂੰ ਹੋਰ ਕੁਐਸਚਨਸ ਵੀ ਪੁੱਛੇ ਜਾ ਸਕਦੇ ਨੇ, ਜਿਵੇਂ ਕਿ ਵਾਟ ਹੌਬੀਜ਼ ਆਰ ਵੈਰੀ ਫੇਮਸ ਇਨ ਯੋਰ ਕੰਟਰੀ। ਹੁਣ ਜਦੋਂ ਇੱਦਾਂ ਦਾ ਕੁਐਸਚਨ ਤੁਹਾਨੂੰ ਪੁੱਛਿਆ ਜਾਂਦਾ ਹੈ ਤੁਸੀਂ ਕਨਫਿਊਜ਼ ਨਹੀਂ ਹੋਣਾ ਕਿ ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਕੰਟਰੀ 'ਚ ਕਿਹੜੀਆਂ ਕਾਮਨ ਹੌਬੀਜ਼ ਹੈ, ਤੇ ਉਹਦੇ ਲਈ ਤੁਸੀਂ ਉਹਨੂੰ ਆਨਸਰ ਨੂੰ ਵਧੀਆ ਬਣਾਉਣ ਲਈ ਕੈਟੇਗਰਾਈਜ਼ ਕਰ ਸਕਦੇ ਹੋ ਕਿ ਸਾਡੇ ਦੇਸ਼ 'ਚ ਡਿਫਰੈਂਟ ਲੋਕਾਂ ਦੀ ਡਿਫਰੈਂਟ ਹੌਬੀਜ਼ ਹੈ। ਉਹਨੂੰ ਤੁਸੀਂ ਕੈਟੇਗਰਾਈਜ਼ ਏਜ ਦੇ ਬੇਸਿਸ 'ਤੇ ਵੀ ਕਰ ਸਕਦੇ ਹੋ ਕਿ ਜਿਵੇਂ ਕਿ ਛੋਟੇ ਬੱਚੇ ਨੇ ਉਹਨਾਂ ਨੂੰ ਬਾਹਰ ਖੇਡਣਾ ਪਸੰਦ ਹੈ ਜਾਂ ਵੀਡੀਓ ਗੇਮਸ ਖੇਡਣਾ ਪਸੰਦ ਹੈ, ਜੋ ਕਿ ਸਕੂਲ ਜਾਣ ਵਾਲੇ ਬੱਚੇ ਨੇ ਉਹਨਾਂ ਨੂੰ ਕ੍ਰਿਕਟ ਖੇਡਣਾ ਪਸੰਦ ਹੈ, ਕਾਲਜ ਜਾਣ ਵਾਲੇ ਬੱਚਿਆਂ ਨੂੰ ਅੱਜ ਕੱਲ੍ਹ ਔਨਲਾਈਨ ਗੇਮਸ ਖੇਡਣਾ ਪਸੰਦ ਹੈ, ਬਾਹਰ ਜਿਹੜੇ ਲੋਕ ਥੋੜ੍ਹੇ ਜਿਹੇ ਏਜਡ ਹੁੰਦੇ ਨੇ ਉਹਨਾਂ ਨੂੰ ਬਾਹਰ ਸੈਰ ਕਰਨਾ ਪਸੰਦ ਹੈ, ਹਾਊਸਵਾਈਫਜ਼ ਨੂੰ ਨਵੀਂ ਕੁਕਿੰਗ ਰੈਸਿਪੀਜ਼ ਦਾ ਸ਼ੌਂਕ ਸਿੱਖਣ ਦਾ ਸ਼ੌਂਕ ਹੈ। ਇਹ ਸਾਰੀ ਚੀਜ਼ਾਂ ਤੁਸੀਂ ਉਹਦੇ 'ਚ ਇਨਕਲੂਡ ਕਰ ਸਕਦੇ ਹੋ। ਤੁਸੀਂ ਜਿੰਨਾ ਜ਼ਿਆਦਾ ਇਹਦੇ ਵਿੱਚ ਬੋਲੋਗੇ ਉਨਾ ਜ਼ਿਆਦਾ ਤੁਹਾਡੇ ਵਾਸਤੇ ਵਧੀਆ ਹੋਏਗਾ, ਬਟ ਬੋਲਣ ਵੇਲੇ ਤੁਹਾਨੂੰ ਇਹ ਧਿਆਨ ਰੱਖਣਾ ਹੈ ਕਿ ਜੋ ਤੁਸੀਂ ਬੋਲ ਰਹੇ ਹੋ ਉਹ ਸਹੀ ਬੋਲ ਰਹੇ ਹੋ, ਉਹਦੀ ਪ੍ਰੋਨਾਂਸੀਏਸ਼ਨ ਸਹੀ ਹੈ ਤੇ ਤੁਸੀਂ ਕੋਈ ਗ੍ਰਾਮੈਟੀਕਲ ਐਰਰ ਨਹੀਂ ਕਰ ਰਹੇ ਹੋ। ਤਾਂ ਫॉर एग्जाम्पल ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾਂਦਾ ਹੈ what are the common hobbies in your country, then you can answer it like this: there are many people having different kinds of hobbies in my country. Different age groups have different hobbies. Children like to play outside, they like to watch television. Students like to go outside, they like to travel, they like to play video games. Elderly people like to go for a walk. ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਕੁਐਸਚਨ ਦਾ ਜਵਾਬ ਦੇ ਸਕਦੇ ਹੋ। ਇਸ ਤਰੀਕੇ ਨਾਲ ਤੁਹਾਡਾ ਪਹਿਲਾ ਸੈਕਸ਼ਨ ਸਪੀਕਿੰਗ ਦਾ ਖਤਮ ਹੁੰਦਾ ਹੈ। ਉਸ ਤੋਂ ਬਾਅਦ ਸਪੀਕਿੰਗ 'ਚ 2 ਹੋਰ ਸੈਕਸ਼ਨ ਹੁੰਦੇ ਨੇ, ਸੈਕਸ਼ਨ 2 ਤੇ ਸੈਕਸ਼ਨ 3। ਸੈਕਸ਼ਨ 2 ਵਿੱਚ ਇੱਕ ਤੁਹਾਨੂੰ ਕਿਊ ਕਾਰਡ ਦਿੱਤਾ ਜਾਂਦਾ ਹੈ। ਕਿਊ ਕਾਰਡ ਦਾ ਮਤਲਬ ਹੈ ਤੁਹਾਨੂੰ ਇੱਕ ਕੁਐਸਚਨ ਦਿੱਤਾ ਜਾਏਗਾ ਜੋ ਤੁਹਾਨੂੰ ਇੱਕ ਸਲਿੱਪ ਤੇ ਦਿੱਤਾ ਹੋਏਗਾ ਤੇ ਉਹਦੇ ਨਾਲ ਤੁਹਾਨੂੰ ਕੁਝ ਹੈਲਪਿੰਗ ਪੁਆਇੰਟਸ, ਕੁਝ ਹਿੰਟਸ ਵੀ ਦਿੱਤੇ ਹੋਣਗੇ। ਉਹਦੇ ਬੇਸਿਸ ਤੇ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਦਿੱਤਾ ਜਾਏਗਾ, 1 ਮਿੰਟ ਦਿੱਤਾ ਜਾਏਗਾ ਉਹਨੂੰ ਰੀਡ ਕਰਨ ਦਾ, ਉਹਦੇ ਲਈ ਸੋਚਣ ਦਾ ਕਿ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ, ਤੇ ਉਸ ਤੋਂ ਬਾਅਦ ਤੁਹਾਨੂੰ 1 ਤੋਂ 2 ਮਿੰਟ ਦਾ ਟਾਈਮ ਦਿੱਤਾ ਜਾਏਗਾ ਉਹਦੇ ਉੱਪਰ ਬੋਲਣ ਲਈ। ਇਸ ਬਾਰੇ ਆਪਾਂ ਆਪਣੀ ਅਗਲੀ ਵੀਡੀਓ 'ਚ ਹੋਰ ਡਿਸਕਸ ਕਰਾਂਗੇ।
ਤੇ ਸੈਕਸ਼ਨ 3 ਜਿਹੜਾ ਹੈ ਉਹ ਸੈਕਸ਼ਨ 2 ਚ ਜਿਹੜਾ ਤੁਹਾਨੂੰ ਕੁਐਸਚਨ ਪੁੱਛਿਆ ਜਾਏਗਾ ਉਸ ਤੋਂ ਹੀ ਰਿਲੇਟਡ ਹੋਰ ਐਡਵਾਂਸ ਕੁਐਸਚਨਸ 4 ਤੋਂ 5 ਤੁਹਾਨੂੰ ਪੁੱਛੇ ਜਾਣਗੇ। ਅੱਜ ਆਪਾਂ ਚਾਰੋਂ ਮੋਡਿਊਲਸ ਬਾਰੇ ਬਰੀਫ ਚ ਡਿਸਕਸ਼ਨ ਕੀਤੀ ਹੈ ਤੇ ਆਉਣ ਵਾਲੇ ਐਪੀਸੋਡਸ 'ਚ ਆਪਾਂ ਇਹਨੂੰ ਡਿਟੇਲ 'ਚ ਡਿਸਕਸ ਕਰਾਂਗੇ ਚਾਰੋਂ ਮੋਡਿਊਲਸ। ਤਾਂ ਆਪਾਂ ਸਟਾਰਟ ਕਰਾਂਗੇ ਲਿਸਨਿੰਗ ਤੋਂ। ਧੰਨਵਾਦ।